ਸੈਕਿੰਡ ਵੇਵ ਇੰਨੀ ਜਲਦੀ ਆ ਗਈ, ਇੰਨੀ ਅਚਾਨਕ ਆ ਗਈ ਕਿ ਸਾਨੂੰ ਮੌਕਾ ਹੀ ਨਹੀਂ ਮਿਲਿਆ ਆਪਣੇ ਆਪ ਨੂੰ ਸੰਭਾਲਣ ਦਾ। ਉਸ ਤੋਂ ਪਹਿਲਾਂ ਹੀ ਇਹ ਬਹੁਤ ਜ਼ਿਆਦਾ ਸਿਰੇ 'ਤੇ ਫੈਲ ਗਈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਵੈਕਸੀਨੇਸ਼ਨ ਲੈ ਕੇ ਵੀ, ਟੀਕਾ ਲਗਵਾ ਕੇ ਵੀ, ਉਸ ਤੋਂ ਬਾਅਦ ਵੀ ਕਰੋਨਾ ਹੋ ਜਾਂਦਾ ਤੇ ਫਿਰ ਟੀਕਾ ਲਗਵਾਉਣ ਦਾ ਕੀ ਫਾਇਦਾ? ਜੇ ਵੈਕਸੀਨ ਨਹੀਂ ਲੱਗੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਵਾਇਰਸ ਕਮਿਊਨਿਟੀ ਦੇ ਵਿੱਚ ਜ਼ਿਆਦਾ ਦੇਰ ਰਹੇਗਾ, ਇਹਦੇ 'ਚ ਹੋਰ ਵੀ ਮਿਊਟੈਂਟਸ ਅੱਗੇ ਬਣਨ ਦੇ ਚਾਂਸ ਹੋ ਜਾਂਦੇ ਹਨ। ਔਰ ਅਸੀਂ ਆਸ-ਪਾਸ ਦੇਖ ਰਹੇ ਹਾਂ ਕਿ ਵੈਕਸੀਨ ਜਿਨ੍ਹਾਂ ਲੋਕਾਂ ਨੂੰ ਲੱਗੀ ਹੈ ਉਹਨਾਂ ਨੂੰ ਨਾ ਤਾਂ ਡਿਜ਼ੀਜ਼ ਹੋ ਰਹੀ ਹੈ, ਜਾਂ ਜੇ ਹੋ ਵੀ ਰਹੀ ਹੈ ਤਾਂ ਬਹੁਤ ਮਾਈਲਡ ਕਿਸਮ ਦੀ ਡਿਜ਼ੀਜ਼ ਹੋ ਰਹੀ ਹੈ, ਜੋ ਕਿ ਅਸੀਂ ਕਮਿਊਨਿਟੀ 'ਚ ਦੇਖ ਰਹੇ ਹਾਂ। ਇੱਦਾਂ ਦੇ ਕੋਈ ਸਾਈਡ ਇਫੈਕਟ ਮੇਰੇ ਸਾਹਮਣੇ ਨਹੀਂ ਆਇਆ। ਵਹਾਂ ਜ਼ਿਆਦਾ ਹੈ, ਸਾਈਡ ਇਫੈਕਟ ਘੱਟ ਹੈ। ਇਹ ਨਹੀਂ ਕਿ ਡਿਜ਼ੀਜ਼ ਤੋਂ ਡਰਨਾ ਹੈ, ਆਪਣੇ ਆਪ ਨੂੰ ਪੋਜ਼ੀਟਿਵ ਰੱਖਣਾ ਹੈ, ਕਿਉਂਕਿ ਜਿੰਨਾ ਅਸੀਂ ਪੋਜ਼ੀਟਿਵ ਰਹਾਂਗੇ, ਅੰਦਰੋਂ ਆਪਣੇ ਆਪ ਨੂੰ ਤੰਦਰੁਸਤ ਸਮਝਾਂਗੇ, ਉਨੀਆਂ ਐਂਟੀਬਾਡੀਜ਼ ਸਾਡੇ ਸਰੀਰ ਦੇ ਵਿੱਚ ਜ਼ਿਆਦਾ ਬਣਦੀਆਂ ਹਨ, ਉਨਾ ਅਸੀਂ ਕਰੋਨਾ ਤੋਂ ਬਚ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕਵਾਈ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਅੱਜ ਅਸੀਂ ਪਹੁੰਚੇ ਹਾਂ ਮੈਕਸ ਹਸਪੀਟਲ ਵਿਖੇ, ਜਿੱਥੇ ਸਾਡੇ ਨਾਲ ਰਹਿਣਗੇ ਡਾਕਟਰ ਰੋਹਿਤ ਮੋਦੀ। ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਹੈ ਕਰੋਨਾ ਮਹਾਂਮਾਰੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਰੋਨਾ ਮਹਾਂਮਾਰੀ ਨੂੰ ਲੈ ਕੇ ਡਰ ਵੀ ਹੈ, ਅਫਵਾਹਾਂ ਵੀ ਹੈ, ਹਰ ਤਰ੍ਹਾਂ ਦਾ ਬਾਜ਼ਾਰ ਗਰਮ ਹੈ। ਡਰ ਦਾ ਵੀ ਬਾਜ਼ਾਰ ਗਰਮ ਹੈ, ਅਫਵਾਹਾਂ ਦਾ ਵੀ ਹੈ। ਇਹ ਸਾਰੇ ਵਿਸ਼ੇ 'ਤੇ ਚਰਚਾ ਕਰਾਂਗੇ ਕਿ ਡਰ ਦੇ ਕੀ ਕਾਰਨ ਹੈ, ਅਫਵਾਹਾਂ ਕਿਉਂ ਉੱਡ ਰਹੀਆਂ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਲੋਕਵਾਈ ਟੀਵੀ ਤੇ। ਹੈਲੋ ਜੀ। ਹੈਲੋ ਡਾਕਟਰ ਸਾਹਿਬ, ਕਰੋਨਾ ਮਹਾਂਮਾਰੀ ਦਾ ਡਰ ਅਤੇ ਅਫਵਾਹ ਦੋ ਚੀਜ਼ਾਂ ਲਗਾਤਾਰ ਚੱਲ ਰਹੀਆਂ। ਜਿਵੇਂ ਲੋਕ ਕਹਿ ਰਹੇ ਆ ਕਿ ਅਫਵਾਹ ਜੇ ਤਾਂ ਬਿਲਕੁਲ ਬਿਮਾਰੀ ਨਹੀਂ ਹੈ, 5G ਦੀ ਕੁਛ 5G ਬਾਰੇ ਵੀ ਚੱਲ ਰਿਹਾ, 5G ਲਾਂਚ ਹੋ ਰਿਹਾ ਤਾਂ ਕਰਕੇ ਹੈ। ਸਹੀ ਹੈ ਜਾਂ ਨਹੀਂ, ਵੀ ਵਾਕਈ ਬਿਮਾਰੀ ਹੈ ਜਾਂ ਇਹ ਸਿਰਫ ਅਫਵਾਹ ਹੀ ਹੈ? ਦੇਖੋ, ਇਹ ਕਹਿਣਾ ਕਿ ਇਹ ਬਿਲਕੁਲ ਅਫਵਾਹ ਹੈ, ਇਹ ਤਾਂ ਬਿਲਕੁਲ ਹੀ ਗੱਲ ਹੈ। ਇਹ ਤਾਂ ਬਿਲਕੁਲ ਅੱਖਾਂ ਮੂਚਣ ਵਾਲੀ ਗੱਲ ਹੈ। ਇਹ ਸਾਰਿਆਂ ਨੂੰ ਦਿਖ ਰਿਹਾ ਹੈ ਕਿ ਆਸ-ਪਾਸ ਸਾਡੇ ਮਰੀਜ਼ ਕਿਸ ਤਰ੍ਹਾਂ ਸਾਡੇ ਭਾਈ ਭੈਣ ਪੀੜਿਤ ਹੋ ਰਹੇ ਹੈ, ਕਿਸ ਤਰ੍ਹਾਂ ਉਹਨਾਂ ਨੂੰ ਬੁਖਾਰ ਹੋ ਰਿਹਾ ਹੈ, ਕਿਸ ਤਰ੍ਹਾਂ ਆਕਸੀਜਨ ਘੱਟ ਰਹੀ ਹੈ, ਆਕਸੀਜਨ ਦੀ ਲੋੜ ਪੈ ਰਹੀ ਹੈ, ਹਸਪਤਾਲ ਭਰੇ ਹੋਏ ਆ। ਅਤੇ ਇਹ ਕਹਿਣਾ ਕਿ ਇਹ ਇੱਕ ਅਫਵਾਹ ਹੈ, ਇਹ ਬਿਲਕੁਲ ਮੈਂ ਇਹਨੂੰ ਗਲਤ ਕਹਾਂਗਾ। ਅਤੇ ਇਹੋ ਜਿਹੀਆਂ ਗੱਲਾਂ 'ਤੇ ਯਕੀਨ ਨਾ ਕਰੋ ਅਤੇ ਨਾ ਹੀ ਇਹੋ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅਤੇ ਹੁਣ ਇਹ ਜੇ ਬਿਮਾਰੀ ਹੈ, ਇਹਦਾ ਮਤਲਬ ਇਹ ਨਹੀਂ ਕਿ ਇਹਦੇ ਤੋਂ ਡਰ ਕੇ ਬੈਠੀਏ। ਸਾਨੂੰ ਡਟ ਕੇ ਇਸ ਦਾ ਮੁਕਾਬਲਾ ਕਰਨਾ ਹੈ। ਪਹਿਲੀ ਵੇਵ ਜਦੋਂ ਆਈ ਸੀ, ਬੜੀ ਚੰਗੀ ਤਰ੍ਹਾਂ ਅਸੀਂ ਇਹਨੂੰ ਕੰਟੇਲ ਕੀਤਾ ਸੀ। ਸੈਕਿੰਡ ਵੇਵ ਇੰਨੀ ਜਲਦੀ ਆ ਗਈ, ਇੰਨੀ ਅਚਾਨਕ ਆ ਗਈ ਕਿ ਸਾਨੂੰ ਮੌਕਾ ਹੀ ਨਹੀਂ ਮਿਲਿਆ ਆਪਣੇ ਆਪ ਨੂੰ ਸੰਭਾਲਣ ਦਾ। ਉਸ ਤੋਂ ਪਹਿਲਾਂ ਹੀ ਇਹ ਬਹੁਤ ਜ਼ਿਆਦਾ ਸਿਰੇ 'ਤੇ ਫੈਲ ਗਈ, ਇੱਕਦਮ ਬਹੁਤ ਤੇਜ਼ੀ ਨਾਲ ਇਹਨੂੰ ਵਧੀ ਹੈ। ਅਤੇ ਬੇਸਿਕਲੀ ਇਹਦੇ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਹੈ। ਜਿੱਦਾਂ ਤੁਹਾਨੂੰ ਦੱਸਿਆ ਜਾਂਦਾ ਹੈ, ਪ੍ਰੀਕਾਸ਼ਨਸ ਜਿਵੇਂ ਕਿ ਸੋਸ਼ਲ ਡਿਸਟੈਂਸਿੰਗ ਰੱਖਣੀ, ਆਪਣੇ ਹੱਥ ਪੈਰ ਧੋਣੇ, ਆਪਣੀ ਹਾਈਜੀਨ ਪ੍ਰੋਪਰ ਰੱਖਣੀ, ਦੂਸਰੇ ਤੋਂ ਦੂਰੀ ਬਣਾ ਕੇ ਰੱਖਣੀ, ਮਾਸਕ ਪਹਿਨਣਾ, ਔਰ ਇਹ ਸਾਰੀਆਂ ਜਿਹੜੀਆਂ ਪ੍ਰੀਕਾਸ਼ਨਸ ਹੈ, ਆਪਣੇ ਹੱਥ ਸੈਨੀਟਾਈਜ਼ ਕਰਕੇ ਰੱਖਣੇ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਦਾ ਜਿਹੜਾ ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਇੱਕ ਇਹ ਦੱਸਿਓ ਜ਼ਰੂਰ ਵੀ ਇਹ ਹਵਾ ਰਾਹੀਂ ਤਾਂ ਨਹੀਂ ਫੈਲਣ ਲੱਗਿਆ? ਹੁਣ ਜਿਵੇਂ ਕਈ ਵਾਰ ਕਹਿ ਵੀ ਰਹੇ ਕਿ ਹਵਾ ਰਾਹੀਂ ਵੀ ਅੱਜ ਕੱਲ੍ਹ ਫੈਲ ਰਿਹਾ, ਪਹਿਲਾਂ ਨਹੀਂ ਸੀ, ਪਹਿਲਾਂ ਟੱਚ 'ਤੇ ਹੀ ਫੈਲਦਾ ਸੀ, ਵੀ ਹੁਣ ਕੀ ਇਹ ਸੱਚਾਈ ਹੈ ਕਿ ਹਵਾ ਰਾਹੀਂ ਫੈਲ ਰਿਹਾ ਹੁਣ? ਬਿਲਕੁਲ, ਜਿਹੜੀ ਲੇਟੈਸਟ ਰਿਪੋਰਟ WHO ਤੋਂ ਆਈ ਹੈ, ਉਹਨਾਂ ਨੇ ਕਲੀਅਰਲੀ ਇਹ ਦੱਸਿਆ ਹੈ ਕਿ ਇਹ ਇੱਕ ਏਅਰਬੋਰਨ ਡਿਜ਼ੀਜ਼ ਹੈ। ਜਿਸ ਤਰ੍ਹਾਂ ਏਅਰਬੋਰਨ ਡਿਜ਼ੀਜ਼ ਦਾ ਮਤਲਬ ਇਹ ਹੈ ਕਿ ਜਿਹੜਾ ਵਾਇਰਸ ਹੈ, ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਅਸੀਂ ਛਿੱਕਦੇ ਹਾਂ, ਜਦੋਂ ਅਸੀਂ ਖਾਂਸੀ ਕਰਦੇ ਹਾਂ, ਅਤੇ ਵਾਇਰਸ ਕੁਝ ਸਮੇਂ ਵਾਸਤੇ ਏਅਰ ਡ੍ਰੋਪਲੇਟਸ ਬਣ ਕੇ ਏਅਰ ਦੇ ਵਿੱਚ ਪਰਸਿਸਟ ਕਰਦਾ ਹੈ। ਅਤੇ ਜਦੋਂ ਮਰੀਜ਼ ਉੱਥੋਂ ਕਮਰੇ 'ਚੋਂ ਨਿਕਲ ਵੀ ਚੁੱਕਾ ਹੋਏਗਾ, ਏਅਰ ਦੇ ਵਿੱਚ ਕੁਛ ਟਾਈਮ ਇਹ ਪਰਸਿਸਟ ਕਰਦਾ ਹੈ, ਅਤੇ ਅਸੀਂ ਉੱਥੋਂ ਇਨਫੈਕਟ ਹੋ ਸਕਦੇ ਹਾਂ। ਇਹੀ ਕਾਰਨ ਹੈ ਕਿ ਇਹ ਬਹੁਤ ਜਲਦੀ ਫੈਲ ਰਿਹਾ ਹੈ। ਕਰੋਨਾ ਦੀ ਵੈਕਸੀਨੇਸ਼ਨ ਨੂੰ ਲੈ ਕੇ ਵੀ ਬੜਾ ਡਰਾਇਆ ਜਾ ਰਿਹਾ ਕਿ ਜੀ ਇਹ ਵੈਕਸੀਨੇਸ਼ਨ ਲੱਗੇਗੀ। ਕਈ ਵਾਰ ਤਾਂ ਇੱਥੋਂ ਤੱਕ ਵੀ ਕਹਿ ਜਾਂਦਾ ਕਿ ਨਪੁੰਸਕ ਕਰ ਰਹੇ ਆ ਲੋਕਾਂ ਨੂੰ, ਇਹਦੇ ਨਾਲ ਹੋਰ ਵੀ ਬਿਮਾਰੀਆਂ ਹੋਣਗੀਆਂ, ਇਹ ਸਰਕਾਰ ਦੀ ਚਾਲ ਹੈ ਵੈਕਸੀਨ ਲਾਉਣੀ। ਕੀ ਅਸਲ ਸੱਚਾਈ? ਦੇਖੋ, ਮੈਂ ਸਾਫ਼ ਸ਼ਬਦਾਂ 'ਚ ਕਹਾਂਗਾ ਕਿ ਇੱਦਾਂ ਤਾਂ ਤੁਸੀਂ ਕਿਸੇ ਚੀਜ਼ 'ਤੇ ਵੀ ਯਕੀਨ ਨਹੀਂ ਕਰ ਸਕਦੇ। ਆਪਣੇ ਮਨ ਨੂੰ ਠੀਕ ਪਾਸੇ ਲਾਓ, ਆਪਣੀ ਬੁੱਧੀ ਨੂੰ ਤੰਦਰੁਸਤ ਰੱਖੋ। ਇਹ ਤੁਹਾਡੇ ਸਾਹਮਣੇ ਹੈ। ਹੁਣ ਜੇ ਵੈਕਸੀਨ ਨਹੀਂ ਲੱਗੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਵਾਇਰਸ ਕਮਿਊਨਿਟੀ ਦੇ ਵਿੱਚ ਜ਼ਿਆਦਾ ਦੇਰ ਰਹੇਗਾ, ਇਹਦੇ 'ਚ ਹੋਰ ਵੀ ਮਿਊਟੈਂਟਸ ਅੱਗੇ ਬਣਨ ਦੇ ਚਾਂਸ ਹੋ ਜਾਂਦੇ ਹਨ। ਹਾਲੇ ਜਿਹੜੇ ਵੀ ਮਿਊਟੈਂਟਸ ਬਣੇ ਹਨ, ਈਸ਼ਵਰ ਦਾ ਸ਼ੁਕਰ ਹੈ ਕਿ ਉਹ ਸਾਰੇ ਜਿਹੜੀ ਵੈਕਸੀਨ ਲੱਗ ਰਹੀ ਹੈ ਉਹਦੇ ਨਾਲ ਕੰਟਰੋਲ ਹੋ ਰਹੇ ਨੇ।
ਔਰ ਅਸੀਂ ਆਸ-ਪਾਸ ਦੇਖ ਰਹੇ ਹਾਂ ਕਿ ਵੈਕਸੀਨ ਜਿਨ੍ਹਾਂ ਲੋਕਾਂ ਨੂੰ ਲੱਗੀ ਹੈ ਉਹਨਾਂ ਨੂੰ ਨਾ ਤਾਂ ਡਿਜ਼ੀਜ਼ ਹੋ ਰਹੀ ਹੈ, ਜਾਂ ਜੇ ਹੋ ਵੀ ਰਹੀ ਹੈ ਤਾਂ ਬਹੁਤ ਮਾਈਲਡ ਕਿਸਮ ਦੀ ਡਿਜ਼ੀਜ਼ ਹੋ ਰਹੀ ਹੈ ਜਿਹੜੇ ਬੰਦੇ ਫੁੱਲੀ ਵੈਕਸੀਨੇਟਡ ਹੈਗੇ ਆ। ਅਤੇ ਇਹ ਬਹੁਤ ਅੱਛੀ ਜੋ ਮੇਰੀ ਸਮਝ ਹੈ, ਜੋ ਮੈਂ ਪਰਖ ਰਿਹਾ ਹਾਂ, ਬਹੁਤ ਅੱਛੀ ਜ਼ਰੂਰ ਕੁਝ ਸਾਈਡ ਇਫੈਕਟ ਹੋਣਗੇ ਪਰ ਉਹ ਬਹੁਤ ਰੇਅਰ ਹੈ, ਜੋ ਕਿ ਅਸੀਂ ਕਮਿਊਨਿਟੀ 'ਚ ਦੇਖ ਰਹੇ ਹਾਂ। ਇੱਦਾਂ ਦੇ ਕੋਈ ਸਾਈਡ ਇਫੈਕਟ ਮੇਰੇ ਸਾਹਮਣੇ ਨਹੀਂ ਆਇਆ। ਵਹਾਂ ਜ਼ਿਆਦਾ ਹੈ, ਸਾਈਡ ਇਫੈਕਟ ਘੱਟ ਹੈ। ਫਿਰ ਵੀ ਕੁਝ ਸਾਈਡ ਇਫੈਕਟ ਹੁੰਦੇ ਆ, ਉਹ ਤਾਂ ਹਰ ਦਵਾਈ ਦੇ, ਹਰ ਜਿਹੜੀ ਚੰਗੀ ਚੀਜ਼ ਦੇ, ਲੇਕਿਨ ਜਿਸ ਚੀਜ਼ ਦੇ ਜੇ ਫਾਇਦਾ 100 ਗੁਣਾ ਹੋਵੇ, ਨੁਕਸਾਨ 0.01% ਹੋਵੇ ਤਾਂ ਅਸੀਂ ਫਾਇਦੇ ਵੱਲ ਜਾਵਾਂਗੇ, ਅਸੀਂ ਨੁਕਸਾਨ ਵੱਲ ਨਹੀਂ ਜਾਵਾਂਗੇ। ਅਤੇ ਅਗਰ ਕੋਈ ਅਫਵਾਹ ਫੈਲਦੀ ਹੈ ਕਿ 0.01% ਨੁਕਸਾਨ ਹੈ ਤਾਂ ਉਹ 0.01% ਹੈ। ਸਮਝ ਗਏ ਨਾ ਮੇਰੀ ਗੱਲ? ਜੇ ਜ਼ਿਆਦਾ ਇਹਦਾ ਫਾਇਦਾ ਹੈ, ਫਾਇਦਾ ਇਹਦਾ ਅਨਲਿਮਿਟਿਡ ਹੈ। ਇਹਦਾ ਫਾਇਦਾ ਨਾ ਸਿਰਫ ਤੁਹਾਨੂੰ ਹੈ, ਨਾ ਸਿਰਫ ਜੇ ਤੁਸੀਂ ਆਪਣੇ ਆਪ ਨੂੰ ਵੈਕਸੀਨ ਕਰਾਉਂਦੇ ਹੋ, ਨਾ ਤੁਸੀਂ ਆਪਣੇ ਆਪ ਨੂੰ ਬਚਾਉਂਦੇ ਹੋ, ਬਲਕਿ ਪੂਰੀ ਸੁਸਾਇਟੀ ਨੂੰ ਤੁਸੀਂ ਬਚਾ ਰਹੇ ਹੋ। ਇਸ ਲਈ ਵੈਕਸੀਨ ਵਾਸਤੇ ਜਾਣਾ ਬਹੁਤ ਜ਼ਰੂਰੀ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਵੈਕਸੀਨੇਸ਼ਨ ਲੈ ਕੇ ਵੀ, ਟੀਕਾ ਲਗਵਾ ਕੇ ਵੀ, ਉਸ ਤੋਂ ਬਾਅਦ ਵੀ ਕਰੋਨਾ ਹੋ ਜਾਂਦਾ, ਅਤੇ ਫਿਰ ਟੀਕਾ ਲਗਵਾਉਣ ਦਾ ਕੀ ਫਾਇਦਾ? ਦੇਖੋ, ਜਿਹੜੀਆਂ ਵੈਕਸੀਨਸ ਬਣੀਆਂ ਹਨ, ਜਿਹੜੀਆਂ ਵੀ ਸਾਇੰਸ ਨੇ ਸਾਨੂੰ ਦਿੱਤੀਆਂ ਹਨ, ਪ੍ਰਦਾਨ ਕੀਤੀਆਂ ਹਨ, ਇਹ ਇੱਕ ਬੂਨ ਹੈ ਇਸ ਸਮੇਂ ਦੇ ਵਿੱਚ। ਲੇਕਿਨ ਕੋਈ ਵੀ ਟਰੀਟਮੈਂਟ 100% ਇਫੈਕਟਿਵ ਨਹੀਂ ਹੋ ਸਕਦਾ ਇਹਦੇ ਵਿੱਚ, ਪਰ ਇਹ ਕਾਫੀ ਤੌਰ 'ਤੇ ਕਾਫੀ ਇਫੈਕਟਿਵ ਹੈ। ਮੋਟੇ ਤੌਰ 'ਤੇ ਮੈਂ ਪ੍ਰੈਕਟੀਕਲੀ ਇਹ ਕਹਿ ਸਕਦਾ ਹਾਂ ਕਿ ਸਵੀਅਰ ਡਿਜ਼ੀਜ਼ ਤਾਂ ਐਟਲੀਸਟ ਨਹੀਂ ਹੁੰਦੀ ਜਿਹਨੇ ਵੈਕਸੀਨ ਕੀਤਾ ਹੈ ਉਹਨੂੰ। ਔਰ ਮੌਤਾਂ ਤਾਂ ਮੈਂ ਬਹੁਤ ਹੀ ਰੇਅਰ ਕਹਿ ਸਕਦਾ ਹਾਂ, ਐਸਾ ਨਹੀਂ ਕਿ ਮੈਂ ਨਹੀਂ ਦੇਖੀਆਂ, ਪਰ ਮੌਤਾਂ ਤਾਂ ਬਿਲਕੁਲ ਹੀ ਰੇਅਰ ਹਨ। ਜਿਸ ਬੰਦੇ ਨੂੰ ਵੈਕਸੀਨ ਲੱਗੀ ਹੈ, ਮੌਤਾਂ ਹਨ ਉਹਦੇ ਵਿੱਚ ਆਈਆਂ ਰਿਪੋਰਟ ਦੇ ਵਿੱਚ, ਪਰ ਉਹਦੇ ਵਿੱਚ ਬਹੁਤ ਪਰ ਅਸੀਂ ਕਿੰਨੀਆਂ ਜਾਨਾਂ ਬਚਾਈਆਂ ਇਹ ਤੁਸੀਂ ਨਹੀਂ ਦੇਖੋਗੇ। ਤੁਸੀਂ ਇਹ ਦੇਖੋਗੇ ਕਿ ਉਹ ਆਦਮੀ ਮਰ ਗਿਆ, ਤੁਸੀਂ ਇਹ ਨਹੀਂ ਦੇਖੋਗੇ ਕਿ ਇਹਦੇ ਨਾਲ 100 ਬਚੇ ਹੈ, ਤਾਂ ਜਾ ਕੇ 1000 ਬਚੇ ਤਾਂ ਜਾ ਕੇ ਇੱਕ ਮਰਿਆ ਹੈ। ਡੈਥ ਰੇਸ਼ੋ ਕਿੰਨੀ ਹੈ ਡਾਕਟਰ ਸਾਹਿਬ? ਜਿਹੜੇ ਕਰੋਨਾ ਨਾਲ ਹੁਣ ਲਗਾਤਾਰ ਅਸੀਂ ਵੇਖ ਰਹੇ ਹਾਂ ਕਿ 1 ਮਹੀਨੇ ਤੋਂ ਕੇਸ ਬੜੇ ਜ਼ਿਆਦਾ ਆ ਰਹੇ ਆ, ਡੈਥ ਰੇਸ਼ੋ ਇਹਦੇ ਵਿੱਚ ਕਿੰਨੀ ਹੈ? ਦੇਖੋ, ਡੈਥ ਰੇਸ਼ੋ ਤਾਂ ਇਹਦੇ ਵਿੱਚ 1%, 2%, 1% ਦੇ ਕਰੀਬ ਹੈ ਕਰੋਨਾ, ਪਰ ਇਹ ਇਨਫੈਕਟ ਬੜੀ ਜਲਦੀ ਔਰ ਮਾਸਿਸ ਦੇ ਵਿੱਚ ਕਰਦਾ ਹੈ, ਇਸ ਕਰਕੇ ਉਹ ਸੰਖਿਆ ਫਿਰ ਬਹੁਤ ਵੱਧ ਜਾਂਦੀ ਹੈ। ਚਾਹੇ ਉਹ 1% ਹੈ, ਪਰ ਜਦੋਂ ਇੰਨੇ ਨੰਬਰ ਇਨਫੈਕਟਡ ਹੋ ਜਾਂਦੇ ਹਨ ਅਤੇ ਫਿਰ ਉਹ ਜਦੋਂ ਅਸੀਂ ਕਾਊਂਟ ਕਰਦੇ ਹਾਂ ਤਾਂ ਫਿਰ ਨੰਬਰ ਆਫ ਡੈਥਸ ਕਾਫੀ ਵੱਧ ਜਾਂਦੀਆਂ ਹਨ। ਕਿਹੜੀ ਏਜ ਵਾਲਿਆਂ ਨੂੰ ਜਲਦੀ ਇਫੈਕਟ ਕਰਦਾ ਕਰੋਨਾ? ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਇਹ ਓਲਡ ਏਜ ਦੇ ਵਿੱਚ ਜਿਹੜੇ ਇਮਿਊਨੋ ਕੰਪਰੋਮਾਈਜ਼ ਹੁੰਦੇ ਹਨ ਉਹਨਾਂ ਨੂੰ ਜ਼ਿਆਦਾ ਇਫੈਕਟ ਕਰਦਾ ਹੈ। ਪਰ ਕਰੋਨਾ ਅੱਜ ਕੱਲ੍ਹ ਜਿਹੜੀ ਸੈਕਿੰਡ ਵੇਵ ਆਈ ਹੈ ਉਹਦੇ 'ਚ ਦੇਖਿਆ ਗਿਆ ਹੈ ਕਿ ਯੰਗ ਪੇਸ਼ੈਂਟਸ ਨੂੰ ਕਾਫੀ ਇਹਨੇ ਇਫੈਕਟ ਕੀਤਾ ਹੈ। ਮੋਸਟ ਲਾਈਕਲੀ ਰੀਜ਼ਨ ਇਹਦਾ ਇਹ ਹੈ ਕਿ ਯੰਗ ਜਿਹੜੇ ਪਾਪੂਲੇਸ਼ਨ ਹੈ ਉਹ ਜ਼ਿਆਦਾ ਐਕਟਿਵ ਹੈ, ਜ਼ਿਆਦਾ ਉਹਦਾ ਸੋਸ਼ਲ ਇੰਟਰੈਕਸ਼ਨ ਹੈ, ਜ਼ਿਆਦਾ ਚਾਂਸ ਹੈ ਕਿ ਇੱਕ ਦੂਜੇ ਤੋਂ ਇਨਫੈਕਟ ਹੋ ਜਾਣਗੇ। ਉਹ ਇਸ ਕਰਕੇ ਮੇਰੇ ਖਿਆਲ ਜਿਹੜਾ ਹੈ ਜ਼ਿਆਦਾ ਭਾਰ ਇਸ ਟਾਈਮ ਯੰਗ ਬੰਦਿਆਂ 'ਤੇ ਪਿਆ ਹੈ ਦੂਜੀ ਵੇਵ ਦੇ ਵਿੱਚ ਯੰਗ ਬੰਦੇ ਇਫੈਕਟ ਹੋਏ ਆ। ਕਿਹੜੀਆਂ ਬਿਮਾਰੀਆਂ, ਜਿਵੇਂ ਸਾਨੂੰ ਕਈ ਲੋਕਾਂ ਨੂੰ ਪਹਿਲਾਂ ਹੀ ਬਿਮਾਰੀਆਂ ਹੁੰਦੀਆਂ, ਕੋਈ ਦਿਲ ਦਾ ਰੋਗ ਹੁੰਦਾ, ਕਿਸੇ ਨੂੰ ਹੋਰ ਬਿਮਾਰੀਆਂ ਵੀ, ਸ਼ੂਗਰ ਵਗੈਰਾ, ਉਹਨਾਂ ਨੂੰ ਜਲਦੀ ਇਫੈਕਟ ਕਰਦਾ ਦੂਸਰਿਆਂ ਨਾਲੋਂ? ਬਿਲਕੁਲ। ਜਿੰਨਾ ਬੇਸਿਕ ਚੀਜ਼ ਇਹ ਹੈ ਕਿ ਕਰੋਨਾ ਉਹਨਾਂ ਨੂੰ ਨਹੀਂ ਪਕੜਦਾ ਜਿਹਦਾ ਇਮਿਊਨ ਸਿਸਟਮ ਸਟਰੋਂਗ ਹੈ। ਜਿਹਦਾ ਵੀ ਇਮਿਊਨ ਸਿਸਟਮ ਕਿਸੇ ਕਾਰਨ ਕਰਕੇ ਸਟਰੋਂਗ ਨਹੀਂ ਹੋਏਗਾ ਉਹਨਾਂ ਨੂੰ ਇਹ ਬਿਮਾਰੀ ਜਲਦੀ ਫੈਲਦੀ ਹੈ। ਅਤੇ ਇਹਦੇ ਵਿੱਚ ਜਿਵੇਂ ਮਰੀਜ਼ ਜਿਹੜੇ ਡਾਇਬਟੀਜ਼ ਹੈ ਜਾਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ, ਜਾਂ ਜਿਨ੍ਹਾਂ ਨੂੰ ਪਹਿਲੇ ਹਾਰਟ ਦੀ ਪ੍ਰੋਬਲਮ ਪਹਿਲਾਂ ਤੋਂ ਹੈ, ਹਾਰਟ ਕਮਜ਼ੋਰ ਹੈ ਪਹਿਲਾਂ ਤੋਂ, ਇਸ ਤਰ੍ਹਾਂ ਦੀਆਂ ਹਾਰਟ ਦੀਆਂ ਬਿਮਾਰੀਆਂ, ਜਾਂ ਜਿਨ੍ਹਾਂ ਮਰੀਜ਼ਾਂ ਦੇ ਵਿੱਚ ਇਮਿਊਨੋਸਪਰੈਸ਼ਨ ਹੈ ਆਲਰੇਡੀ, ਕਈ ਦਵਾਈ ਖਾਂਦੇ ਹਨ ਇਮਿਊਨੋਸਪਰੈਸ਼ਨ ਵਾਲੀ, ਜਾਂ ਕੋਈ ਕਿਸੇ ਵੀ ਕਰਕੇ ਰੂਮੇਟਾਇਡ ਆਰਥਰਾਈਟਸ ਜਾਂ ਸਪੌਂਡੇਲਾਈਟਿਸ ਕਰਕੇ ਕਈ ਲੋਕ ਇਮਿਊਨੋਸਪਰੈਸਿਵ ਡਰੱਗਸ ਲੈਂਦੇ ਹਨ, ਉਹਨਾਂ ਵਿੱਚ ਜ਼ਿਆਦਾ ਇਹਨਾਂ ਨੇ ਦੇਖਿਆ ਗਿਆ ਹੈ। ਕਈਆਂ ਨੂੰ ਇਮਿਊਨੋਸਪਰੈਸ਼ਨ ਦੀ ਬਿਮਾਰੀਆਂ ਹਨ, ਉਹਨਾਂ ਦੇ ਵਿੱਚ ਇਹਨੂੰ ਜ਼ਿਆਦਾ ਦੇਖਿਆ ਗਿਆ ਹੈ, ਅਤੇ ਉਹਦੇ 'ਚ ਮਾਈਲਡ ਦੀ ਜਗ੍ਹਾ ਸੀਵੀਅਰ ਫਾਰਮ ਜ਼ਿਆਦਾ ਦੇਖੀ ਗਈ ਹੈ। ਡਾਕਟਰ ਸਾਹਿਬ, ਪਹਿਲੀ ਜਦੋਂ ਵੇਵ ਆਈ ਸੀ ਉਦੋਂ ਆਕਸੀਜਨ ਦੀ ਇੰਨੀ ਚਰਚਾ ਨਹੀਂ ਸੀ। ਦੂਜੀ ਵੇਵ ਦੇ ਵਿੱਚ ਹੁਣ ਲਗਾਤਾਰ ਅਸੀਂ ਦੇਖ ਰਹੇ ਨੇ ਆਕਸੀਜਨ ਘੱਟ ਗਈ, ਆਕਸੀਜਨ ਦੀ ਲੋੜ ਆ, ਆਕਸੀਜਨ ਦੀ ਦੂਜੀ ਵੇਵ ਦੇ ਵਿੱਚ ਇੰਨਾ ਇਫੈਕਟ ਕਿਉਂ ਪਿਆ? ਉਹਦਾ ਇਫੈਕਟ ਇਸ ਕਰਕੇ ਹੈ ਕਿਉਂਕਿ ਨੰਬਰ ਆਫ ਪੇਸ਼ੈਂਟਸ ਜ਼ਿਆਦਾ ਇਫੈਕਟ ਹੋਏ ਹੈ। ਹੁਣ ਪਿਛਲੀ ਵਾਰ ਵੇਵ ਦੇ ਵਿੱਚ ਅਸੀਂ ਕਹਿੰਦੇ ਸੀ ਕਿ 70,000 ਪਹੁੰਚ ਗਈ ਰੋਜ਼ ਦੀ ਗਿਣਤੀ, ਜਾਂ 1 ਲੱਖ ਪਹੁੰਚ ਗਈ। ਅੱਜ ਗਿਣਤੀ ਰੋਜ਼ ਦੀ 4.5 ਲੱਖ ਦੇ ਕਰੀਬ ਪਹੁੰਚੀ ਹੋਈ ਆ, ਅਤੇ ਨੰਬਰ ਆਫ ਪਰਸਨ ਜਿੰਨੇ ਜ਼ਿਆਦਾ ਇਫੈਕਟਡ ਹੋਣਗੇ ਉਨੇ ਹੀ ਪਰਸੈਂਟੇਜ ਉਹਦੀ ਆਕਸੀਜਨ ਜਿਹੜੀ ਲੈਣ ਵਾਲੀ ਜਿਹੜੀ ਇਹਨਾਂ 'ਚੋਂ ਬਿਮਾਰੀ ਬਣਦੀ ਆ ਉਹ ਵੱਧ ਜਾਂਦੀ ਆ। ਇਸ ਕਰਕੇ ਨੰਬਰ ਆਫ ਪੇਸ਼ੈਂਟਸ ਜ਼ਿਆਦਾ ਹੋਣ ਕਰਕੇ ਆਕਸੀਜਨ ਦੀ ਰਿਕੁਆਇਰਮੈਂਟ ਥੋੜ੍ਹੀ ਇਸ ਸਮੇਂ ਜ਼ਿਆਦਾ ਮਹਿਸੂਸ ਹੋ ਰਹੀ ਹੈ।
ਕਰੋਨਾ ਨਾਲ ਆਕਸੀਜਨ ਕਿਵੇਂ ਘਟਦੀ ਹੈ ਜੀ, ਇਹਦੇ ਬਾਰੇ ਵੀ ਜ਼ਰੂਰ ਦੱਸੋ। ਦੇਖੋ ਜੀ, ਇਹ ਕਰੋਨਾ ਬਿਮਾਰੀ ਹੀ ਲੰਗਸ ਦੀ ਹੈ, ਬੇਸਿਕ ਬਿਮਾਰੀ ਲੰਗਸ ਦੀ ਹੈ। ਬਾਕੀ ਤਾਂ ਇਹ ਮਲਟੀ ਸਿਸਟਮ ਡਿਸਆਰਡਰ ਹੈ, ਪਰ ਸਿੱਧੀ ਜਿਹੜੀ ਸਾਡੇ ਨੱਕ ਰਾਹੀਂ ਇਹ ਟਰੇਕੀਆ ਤੋਂ ਲੰਗਸ ਦੇ ਵਿੱਚ ਇਫੈਕਟ ਕਰਦੀ ਆ। ਅਤੇ ਲੰਗਸ ਜਦੋਂ ਇਫੈਕਟ ਹੋ ਜਾਂਦੇ ਹਨ ਤਾਂ ਉਦੋਂ ਨੈਚੁਰਲੀ ਜਦੋਂ ਲੰਗਸ ਵੀਕ ਹੋ ਜਾਂਦੇ ਹਨ, ਉਦੋਂ ਆਕਸੀਜਨ ਦੀ ਬਾਡੀ ਨੂੰ ਜ਼ਰੂਰਤ ਪੈਂਦੀ ਹੈ, ਕਿਉਂਕਿ ਲੰਗਸ ਦਾ ਫੰਕਸ਼ਨ ਹੈ ਆਕਸੀਜਨੇਸ਼ਨ ਕਰਨਾ। ਜਦੋਂ ਲੰਗਸ ਖਰਾਬ ਹੋ ਜਾਂਦੇ ਹਨ ਅਤੇ ਉਹ ਫਿਰ ਸਾਨੂੰ ਬਾਹਰੋਂ ਆਕਸੀਜਨ ਦੇਣੀ ਪੈਂਦੀ ਹੈ, ਜ਼ਿਆਦਾ ਕੰਸਨਟ੍ਰੇਸ਼ਨ ਦੇ ਵਿੱਚ ਆਕਸੀਜਨ ਦੇਣੀ ਪੈਂਦੀ ਹੈ। ਹਰ ਰੋਜ਼ ਕਿੰਨੇ ਕੁ ਪੇਸ਼ੈਂਟ, ਹੁਣ ਕਿੰਨੇ ਪੇਸ਼ੈਂਟ ਹਰ ਰੋਜ਼ ਡੇਲੀ, ਜੇ ਅਸੀਂ ਸਿਰਫ ਆਪਣੇ ਹਸਪੀਟਲ ਦੀ ਗੱਲ ਕਰ ਲਈਏ, ਕਿੰਨੇ ਕੁ ਪੇਸ਼ੈਂਟ ਆਏ? ਦੇਖੋ, ਇਸ ਤਰ੍ਹਾਂ ਇਸ ਟਾਈਮ ਮੇਰੇ ਖਿਆਲ 'ਚ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ, ਸਾਡੇ 35-40 ਬੈੱਡ ਜਿਹੜੇ ਹੈਗੇ ਆ ਕਰੋਨਾ ਨੂੰ ਡਿਵੋਟਡ ਹੈਗੇ ਆ, ਉਹ ਆਲਮੋਸਟ ਹਮੇਸ਼ਾ ਫੁੱਲ ਹੀ ਰਹਿੰਦੇ ਆ। ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਠੁਕਰਾਉਣਾ ਵੀ ਪੈਂਦਾ ਹੈ, ਕੋਈ ਚਾਰਾ ਨਹੀਂ ਹੁੰਦਾ ਬੈੱਡ ਅਵੇਲੇਬਿਲਿਟੀ ਕਰਕੇ, ਅਤੇ ਇਸ ਤਰ੍ਹਾਂ ਦੀ ਸਥਿਤੀ ਹੈ। ਤੁਹਾਨੂੰ ਇਹ ਲੱਗ ਰਿਹਾ ਕਿ ਜਿਵੇਂ ਹਾਲਾਤ ਚੱਲ ਰਹੇ ਆ ਵੀ ਪੂਰੇ ਪੰਜਾਬ 'ਚ ਹੀ ਬੈੱਡ ਦੀ ਕਮੀ ਆ ਸਕਦੀ ਹੈ, ਪੂਰੇ ਪੰਜਾਬ 'ਚ ਹੀ ਇਹ ਸਮੱਸਿਆ ਪੈਦਾ ਹੋ ਸਕਦੀ ਹੈ ਜਿਸ ਤਰੀਕੇ ਨਾਲ ਅਸੀਂ ਕੇਸ ਵੱਧਦੇ ਦੇਖਦੇ ਹਾਂ? ਬਿਲਕੁਲ, ਮੇਰੀ ਇਹ ਅਪੀਲ ਹੈ ਇਸ ਟਾਈਮ ਜਿਹੜੀ ਅਪੀਲ ਹੈ ਉਹ ਇੱਕ ਤਾਂ ਚੈਰੀਟੇਬਲ ਸੰਸਥਾਵਾਂ ਨੂੰ ਹੈ। ਚੈਰੀਟੇਬਲ ਸੰਸਥਾਵਾਂ ਜਿਹੜੀਆਂ ਹੈ ਆਪਣੇ ਤੌਰ 'ਤੇ ਕੁਛ ਜਾਂ ਮਿਲਟਰੀ ਦੀ ਮਦਦ ਲੈ ਕੇ, ਜਿਵੇਂ ਸਰਕਾਰ ਵੱਲੋਂ ਕੋਈ ਆਦੇਸ਼ ਆਵੇ, ਮਿਲਟਰੀ ਦੀ ਮਦਦ ਲੈ ਕੇ ਅਲੱਗ ਕਰੋਨਾ ਹੌਸਪੀਟਲਸ ਜਿਹੜੇ ਹੈ ਬਣਾਏ, ਵਾਰ ਲੈਵਲ 'ਤੇ ਬਣਾਏ ਜਾ ਸਕਦੇ ਹੈ, ਤਾਂ ਕਿ ਇਸ ਤਰ੍ਹਾਂ ਦੀ ਨੌਬਤ ਨਾ ਆਵੇ। ਆਕਸੀਜਨ ਦੀ ਸਪਲਾਈ ਵੀ ਘੱਟ ਹੈ, ਉਹਦੇ ਵੀ ਕਾਫੀ ਹੁਣ ਚਰਚੇ ਹੈ, ਕਾਫੀ ਇੰਤਜ਼ਾਮ ਗੌਰਮੈਂਟ ਕਰ ਰਹੀ ਹੈ। ਮੇਰੇ ਖਿਆਲ ਆਉਣ ਵਾਲੇ ਸਮੇਂ 'ਚ ਸਮੱਸਿਆ ਨਹੀਂ ਆਉਣੀ ਚਾਹੀਦੀ, ਸੋਲਵ ਹੋ ਜਾਏ, ਮੇਰਾ ਤਾਂ ਇਹੀ ਯਕੀਨ ਹੈ। ਕੀ ਲੋਕਾਂ ਨੂੰ ਕੀ ਪਰਹੇਜ਼, ਤੁਸੀਂ ਇਹ ਤਾਂ ਦੱਸਦਾ ਕਿ ਮਾਸਕ ਪਹਿਨ ਕੇ ਰੱਖਣਾ, ਖਾਣਾ ਪੀਣਾ ਕਿਹੋ ਜਿਹਾ ਹੋਣਾ ਚਾਹੀਦਾ ਜਿਹਦੇ ਨਾਲ ਜਲਦੀ ਬੋਡੀ 'ਤੇ ਇਫੈਕਟ ਨਾ ਕਰੇ, ਇਮਿਊਨਿਟੀ ਸਿਸਟਮ ਥੋੜ੍ਹਾ ਤਕੜਾ ਰਹੇ? ਦੇਖੋ, ਜਿਹੜਾ ਵੀ ਅਸੀਂ ਖਾਣ ਪੀਣ ਕਰਦੇ ਹਾਂ ਉਹਦੇ ਨਾਲ ਸਾਡੀ ਇਮਿਊਨਿਟੀ 'ਤੇ ਕਾਫੀ ਫਰਕ ਪੈਂਦਾ ਹੈ। ਸਭ ਤੋਂ ਪਹਿਲਾਂ ਗਰਮ ਪਾਣੀ ਦਾ ਸੇਵਨ ਕਰਨਾ, ਉਹ ਦਿਨ ਦੇ ਵਿੱਚ 2-3 ਵਾਰ ਅਸੀਂ ਕਰ ਸਕਦੇ ਹਾਂ। ਜਿੱਤੇ ਹਾਈ ਜਿਹੜੀਆਂ ਇਮਿਊਨਿਟੀ ਵਾਲੀਆਂ ਚੀਜ਼ਾਂ ਹੈ, ਅਸੀਂ ਵੈਸੇ ਆਪਣੀ ਫੂਡ ਦੇ ਵਿੱਚ, ਇੰਡੀਅਨ ਫੂਡ ਦੇ ਵਿੱਚ ਕਾਫੀ ਯੂਜ਼ ਕਰਦੇ ਹਾਂ, ਜਿਵੇਂ ਕਿ ਲੌਂਗ ਹੋ ਗਿਆ ਜਾਂ ਹਲਦੀ ਹੋ ਗਈ, ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈ ਜਿਹੜੀਆਂ ਸਾਡੀਆਂ ਇਮਿਊਨਿਟੀ ਵੀ ਬੂਸਟ ਕਰਦੀਆਂ ਹਨ। ਵਾਈਟਾਮਿਨ ਸੀ ਵਾਲੇ ਪਦਾਰਥ ਜ਼ਿਆਦਾ ਲੈਣੇ ਚਾਹੀਦੇ ਹਨ, ਜਿਵੇਂ ਸੰਤਰੇ ਹੋ ਗਏ, ਨਿੰਬੂ ਦਾ ਸੇਵਨ ਜ਼ਿਆਦਾ ਹੋ ਗਿਆ, ਨਿੰਬੂ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ। ਤਾਂ ਵਾਈਟਾਮਿਨਸ ਵਾਲੀਆਂ ਚੀਜ਼ਾਂ, ਵਾਈਟਾਮਿਨ ਸੀ ਖਾਸ ਕਰਕੇ ਵਧਾਉਣਾ ਚਾਹੀਦਾ ਬੋਡੀ ਦੇ ਵਿੱਚ। ਹਲਦੀ ਅਤੇ ਲੌਂਗ ਜਿਹੜਾ ਹੈ ਉਹ ਅੱਛਾ ਇਮਿਊਨਿਟੀ ਬੂਸਟਰ ਮੰਨਿਆ ਜਾਂਦਾ ਹੈ, ਉਹ ਕਰਨਾ ਚਾਹੀਦਾ ਹੈ। ਨਿਤਨੇਮ ਦੇ ਵਿੱਚ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਯੋਗਾ ਬਹੁਤ ਚੰਗੀ ਹੈ, ਯੋਗਾ ਕਰਨੀ ਚਾਹੀਦੀ ਹੈ, ਉਹਦੇ ਨਾਲ ਸਾਡੀ ਇਮਿਊਨਿਟੀ ਬੂਸਟ ਹੁੰਦੀ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਆਪਣਾ ਮੈਂਟਲ ਲੈਵਲ ਠੀਕ ਰੱਖਣਾ, ਅਫਵਾਹਾਂ ਵਿੱਚ ਨਾ ਆਉਣਾ, ਆਪਣਾ ਐਟੀਟਿਊਡ ਪੋਜ਼ੀਟਿਵ ਰੱਖਣਾ। ਇਹ ਨਹੀਂ ਕਿ ਡਿਜ਼ੀਜ਼ ਤੋਂ ਡਰਨਾ ਹੈ, ਆਪਣੇ ਆਪ ਨੂੰ ਪੋਜ਼ੀਟਿਵ ਰੱਖਣਾ ਹੈ, ਕਿਉਂਕਿ ਜਿੰਨਾ ਅਸੀਂ ਪੋਜ਼ੀਟਿਵ ਰਹਾਂਗੇ, ਅੰਦਰੋਂ ਆਪਣੇ ਆਪ ਨੂੰ ਤੰਦਰੁਸਤ ਸਮਝਾਂਗੇ, ਉਨੀਆਂ ਐਂਟੀਬਾਡੀਜ਼ ਸਾਡੇ ਸਰੀਰ ਦੇ ਵਿੱਚ ਜ਼ਿਆਦਾ ਬਣਦੀਆਂ ਹਨ, ਉਨਾ ਅਸੀਂ ਕਰੋਨਾ ਤੋਂ ਬਚ ਸਕਦੇ ਹਾਂ। ਥੈਂਕ ਯੂ ਡਾਕਟਰ ਸਾਹਿਬ। ਇਹ ਸਨ ਡਾਕਟਰ ਰੋਹਿਤ ਮੋਦੀ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਹੁਣ ਕਰੋਨਾ ਫੈਲ ਰਿਹਾ ਹੈ, ਉਸ ਨੂੰ ਰੋਕਣ ਦੇ ਉਪਾਅ ਕੀ ਹੈ, ਕਿਵੇਂ ਅਸੀਂ ਆਪਣੀ ਬੋਡੀ ਦੀ ਇਮਿਊਨਿਟੀ ਵਧਾ ਕੇ ਇਸ ਬਿਮਾਰੀ ਤੋਂ ਬਚ ਸਕਦੇ। ਉਹਨਾਂ ਦੱਸਿਆ ਕਿ ਬਿਮਾਰੀ 'ਤੇ ਕੋਈ ਅਫਵਾਹ ਨਹੀਂ ਹੈ, ਬਿਲਕੁਲ ਬਿਮਾਰੀ ਹੈ। ਪਹਿਲਾਂ ਦੇ ਮੁਕਾਬਲੇ ਕੇਸਾਂ ਦੀ ਗਿਣਤੀ ਕਈ ਗੁਣਾ ਵੱਧ ਚੁੱਕੀ ਹੈ। ਨਾਲ ਹੀ ਉਹਨਾਂ ਕਿਹਾ ਕਿ ਆਕਸੀਜਨ ਦੀ ਕਮੀ ਆਉਣ ਦਾ ਕਾਰਨ ਹੈ ਕਿ ਪਹਿਲਾਂ ਮਰੀਜ਼ ਘੱਟ ਸਨ, ਆਕਸੀਜਨ ਦੀ ਇੰਨੀ ਜ਼ਰੂਰਤ ਨਹੀਂ ਸੀ, ਹੁਣ ਮਰੀਜ਼ ਬਹੁਤ ਵੱਧ ਚੁੱਕੇ ਹੈ, ਆਕਸੀਜਨ ਦੀ ਕਮੀ ਆਈ ਹੈ। ਜਿਹੜੀ ਕਰੋਨਾ ਹੈ ਉਹ ਲੰਗਸ 'ਤੇ ਇਫੈਕਟ ਕਰਦਾ, ਫੇਫੜਿਆਂ 'ਤੇ ਇਫੈਕਟ ਕਰਦਾ, ਜਿਸ ਦੇ ਕਰਕੇ ਜਿਹੜਾ ਮਨੁੱਖਾਂ ਨੂੰ ਸਿੱਧੀ ਆਕਸੀਜਨ ਦੇਣੀ ਪੈਂਦੀ ਹੈ, ਜਿਸ ਦੀ ਵਜ੍ਹਾ ਨਾਲ ਉਹਨੂੰ ਆਕਸੀਜਨ ਘੱਟ ਜਾਂਦੀ ਹੈ ਤਾਂ ਉਹਨੂੰ ਸਿੱਧੀ ਆਕਸੀਜਨ ਦਿੱਤੀ ਜਾਂਦੀ ਹੈ। ਇਹ ਸਾਰੀਆਂ ਗੱਲਾਂ 'ਤੇ ਚਰਚਾਵਾਂ ਕੀਤੀਆਂ। ਉਹਨਾਂ ਕਿਹਾ ਕਿ ਮਾਸਕ ਪਹਿਨ ਕੇ ਰੱਖੋ, ਹੱਥਾਂ ਨੂੰ ਵਾਰ-ਵਾਰ ਸੈਨੀਟਾਈਜ਼ ਕਰੋ, ਆਪਣਾ ਜਿਹੜੀ ਸੋਸ਼ਲ ਡਿਸਟੈਂਸ ਹੈ ਉਹ ਬਣਾਈ ਰੱਖੋ। ਤਾਂ ਇਹਨੇ ਜੋ ਵੀ ਇਹਨਾਂ ਨੇ ਸਾਵਧਾਨੀ ਦੱਸੀਆਂ, ਜੋ ਵੀ ਅਫਵਾਹਾਂ ਸੀ ਤੁਹਾਡੀਆਂ, ਉਹਦੇ ਬਾਰੇ ਇਹਨਾਂ ਤੁਸੀਂ ਸਵਾਲ ਕੀਤੇ ਨਾ, ਉਹ ਸਾਰੀਆਂ ਅਫਵਾਹਾਂ ਦੇ ਜਵਾਬ ਦਿੱਤੇ। ਕੈਮਰਾ ਪਰਸਨ ਜਸਵੀਰ ਮੱਤਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕਵਾਈ ਟੀਵੀ, ਬਠਿੰਡਾ।